ਤੇ ਅੱਜ ਗੱਲ ਸ਼ੁਰੂ ਕਰਨ ਲੱਗਿਆ ਦੋਸਤੋ ਉਸ ਬਿਰਤਾਂਤ ਤੋਂ। मैं गल की जिवें टाइटल च लिखा कि इंदिरा गांधी नूं 2 मिनटां च दोस्तों आनंदपुर का मता समझाउण वाला शख्स कौन सी, ते इंदिरा गांधी कन्विंस भी हो गई सी पूरी चंगी तरह। ते वो शख्स कौन सी, उस शख्स बारे पहला तां जाणिओ ते किवें 2 मिनटां च इंदिरा गांधी के खाने दे विच दोस्तों आनंदपुर का मता समझ आ गया सी। क्योंकि इंदिरा गांधी नूं दोस्तों पासे वाले ने पट्टी ये पढ़ाई सी कि लोग अलग एक किया देश मंगदे आ, पर इंदिरा गांधी के खाने दे विच गल पाउण वाला शख्स का नां सी दोस्तों भरपूर सिंह बलवीर। कदे कढ़ के देखियो यूट्यूब ते उन्हां दीयां तकरीरां सुन के देखियो। ते इंदिरा गांधी पूरे गुस्से दे विच सी ते संतां प्रति जदों दोस्तों उन्हां नूं जाके भड़काया गया सी तां फिर वो शख्स की आ भरपूर सिंह बलवीर जाके मुलाकात करदा इंदिरा गांधी नाल। ते इंदिरा गांधी गुस्से दे विच उन्हां नूं सिर्फ 10 मिनट दिंदी आ कि 10 मिनटां दे विच अपनी गल दस दिओ जिहड़ी हैगी आ पूरे गुस्से दे विच। ते जदों दोस्तों भरपूर सिंह बलवीर नूं कहा जांदा कि तुहाडे कोले 10 मिनट ने ते आनंदपुर दा मता एक्सप्लेन करो, ਤਾਂ ਭਰਪੂਰ ਸਿੰਘ ਬਲਵੀਰ ਨੇ ਦੋਸਤੋ ਅੱਗੋਂ ਕਿਹਾ ਸੀ ਕਿ ਮੈਨੂੰ 10 ਮਿੰਟ ਨਹੀਂ 2 ਮਿੰਟ ਹੀ ਚਾਹੀਦੇ ਆ। ਤੇ ਦੋਸਤੋ 2 ਮਿੰਟਾਂ 'ਚ ਕਿਹਾ ਕੀ ਸੀ, ਤੇ ਜਦੋਂ ਇੰਦਰਾ ਗਾਂਧੀ ਨੇ ਸਵਾਲ ਕੀਤਾ ਕਿ ਤੁਹਾਡਾ ਆਨੰਦਪੁਰ ਦਾ ਮਤਾ ਕੀ ਆ, ਤਾਂ ਕਹਿੰਦੇ ਭਰਪੂਰ ਸਿੰਘ ਬਲਵੀਰ ਨੇ ਦੋਸਤੋ ਕਿਹਾ ਸੀ ਕਿ ਆਨੰਦਪੁਰ ਦਾ ਮਤਾ ਇੰਨੀ ਕਾ ਜੀ। ਉਹ ਕਹਿੰਦਾ ਕਿ ਆਨੰਦਪੁਰ ਦਾ ਮਤਾ ਇਹ ਗੱਲ ਕਹਿੰਦਾ ਕਿ ਤੁਸੀਂ ਦਿੱਲੀ 'ਚ ਆਨੰਦ ਲਓ ਤੇ ਸਾਨੂੰ ਪੰਜਾਬ 'ਚ ਆਨੰਦ ਲੈਣ ਦਿਓ। ਗੱਲ ਦੋਸਤੋ ਇੰਨੀ ਕੀ ਸੀ ਉਹਨਾਂ ਦੀ कि पंजाब नूं की अपने तरीके नाल चलण दिओ, साडे धर्म दे विच मा कि जिस तरीके नाल फलसफा है उस ढंग नाल सानूं स्टेट चलाउण दिओ। ते इह भी गल कही सी कि बहादुर शाह जफर नूं भी कहंदे गद्दी दे उत्ते बिठाउण वाले सिख सीगे ते उन्हां नूं रहिंदी कि कहा गया सी कि तुहानूं असीं गद्दी ते बिठावांगे। ते इंदिरा गांधी नूं भी इह गल की कही गई सी कि तुहाडे पुੱਤ पोतरिਆਂ तक राज करन दिल्ली दे तख्त ते, असीं नाल खड़ांगे, पर पंजाब दे कन्नी अख ना करिओ ते पंजाब कन्नी झाकिओ ना। पंजाब दे विच सानूं आनंद लैण दिओ ते पंजाबियां नूं ते सिੱਖਾਂ नूं आनंद लैण दिओ, ਤੁਸੀਂ ਦਿੱਲੀ 'ਚ ਆਨੰਦ ਲਓ। ਇੰਨੀ ਗੱਲ ਸੁਣ ਕੇ ਦੋਸਤੋ ਇੰਦਰਾ ਗਾਂਧੀ ਕੀ ਆ ਹੱਸੀ ਸੀ। ਤੇ ਹੱਸਣ ਤੋਂ ਬਾਅਦ ਫਿਰ ਦੋਸਤੋ 10 ਮਿੰਟ ਕਿਹਾ ਸੀ ਤਾਂ 10 ਮਿੰਟਾਂ ਦੇ ਸਾਥੇ ਪੌਣਾ ਘੰਟਾ ਪੂਰੀ ਮੁਲਾਕਾਤ ਚੱਲੀ ਤੇ ਆਨੰਦਪੁਰ ਦਾ ਮਤਾ ਪੂਰੀ ਤਰ੍ਹਾਂ ਡਿਟੇਲ ਦੇ ਵਿੱਚ ਐਕਸਪਲੇਨ ਕਰ ਦਿੱਤਾ ਗਿਆ ਸੀ ਤੇ ਇੰਦਰਾ ਗਾਂਧੀ ਪੂਰੀ ਤਰ੍ਹਾਂ ਕਨਵਿੰਸ ਵੀ ਹੋ ਗਈ ਸੀ। ਪਰ ਉਸ ਤੋਂ ਬਾਅਦ ਦੋਸਤੋ ਜਿਹੜੇ ਹਾਲਾਤ ਵਾਪਰੇ, ਹੁਣ ਜਿਵੇਂ ਦੋਸਤੋ ਅਸੀਂ ਕਹਿ ਦਿੰਦੇ ਆ ਕਿ ਅੱਜ ਪੰਜਾਬ ਦੇ ਜਿਹੜੇ ਹਾਲਾਤ ਨੇ ਇਹਨਾਂ ਨੂੰ ਸਿਰਜਣ ਵਾਲਾ ਇਕੱਲਾ ਸਟੇਟ ਨਹੀਂ ਹੁੰਦਾ ਜਾਂ ਸਰਕਾਰ ਨਹੀਂ ਹੁੰਦੀ, ਨਾ ਹੀ ਸਰਕਾਰ ਕੁਝ ਕਰਾਉਂਦੀ ਆ। ਇਹ ਕਰਾਉਣ ਵਾਲੇ ਲੋਕ ਵਿੱਚ ਦੋਸਤੋ ਛਾਤਰ ਲੋਕ ਹੁੰਦੇ ਨੇ। ਉਹ ਛਾਤਰ ਲੋਕ ਪੋਲੀਟੀਕਲ ਪਾਰਟੀਆਂ 'ਚ ਆਪਣੇ ਨਿੱਜ ਖਾਤਰ ਪਹਿਲਾਂ ਤਾਂ ਦੇਖਣਾ ਪੈਂਦਾ ਕਿ ਕਿਹੜੇ ਬੰਦੇ ਨੂੰ ਇਹ ਚੀਜ਼ ਦਾ ਫਾਇਦਾ ਹੋ ਰਿਹਾ। ਤੇ ਦੋਸਤੋ ਉਸ ਸਮੇਂ 84 ਦੇ ਵਿੱਚ ਜਿਹੜਾ ਵੀ ਵਰਤਾਂਤ ਵਾਪਰਿਆ ਉਹਦੀ ਜ਼ਿੰਮੇਵਾਰ ਕੱਲੀ ਇੰਦਰਾ ਗਾਂਧੀ ਨਹੀਂ ਸੀ। ਹਰ ਧਿਰ ਉਹ ਜਿਹੜੀ ਪੰਜਾਬ ਦੇ ਵਿੱਚ ਉਜਾੜ ਕੇ ਪੰਜਾਬ ਦੇ ਕੀ ਆ ਲੋਕਾਂ ਦਾ ਗਿੱਧਾ ਵਾਂਗੂ ਖਾਣਾ ਚਾਹੁੰਦੀ ਸੀ ਪੰਜਾਬ ਨੂੰ, ਉਹ ਸਾਰੀਆਂ ਧਿਰਾਂ ਸੀ ਸਮੇਤ ਬਾਦਲ ਕੇ ਸਮੇਤ ਭਾਜਪਾ ਉਸ ਸਮੇਂ ਦੀ। ਕਿਉਂਕਿ ਲਾਲ ਕ੍ਰਿਸ਼ਨ ਅਡਵਾਨੀ ਖੁਦ ਮੰਨਿਆ ਸੀ ਇਹ ਗੱਲ, ਉਹਦੀ ਬੁੱਕ ਦੇ ਵਿੱਚ ਆਟੋਬਾਇਓਗ੍ਰਾਫੀ ਦੇ ਵਿੱਚ ਕੀ ਆ, ਸ਼ਾਇਦ ਕਈ ਭਰਾਵਾਂ ਨੇ ਪੜ੍ਹੀ ਹੋਵੇ। ਇਸ ਕਰਕੇ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਦੋਸਤੋ ਅੱਜ 84 ਦੇ ਬਾਰੇ ਗੱਲ ਕਰਾਂਗੇ ਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕੱਲੇ ਕੱਲੇ ਵਾਕਿਆਂ ਨੂੰ ਤੇ ਹੋਇਆ ਕੀ ਸੀ। ਡਿਟੇਲ ਦੇ ਵਿੱਚ ਕੀ ਆ ਥੋੜੀ ਗੱਲ ਕਰਨ ਲੱਗਿਆ, ਜੇ ਕੀ ਆ ਗੱਲ ਨਾਲ ਸਹਿਮਤ ਹੋ ਤਾਂ ਦਿਲੋਂ ਸੁਣਿਓ ਤੇ ਸ਼ੇਅਰ ਕਰ ਦਿਓ। ਦੋਸਤੋ 84 ਦੇ ਵਿੱਚ ਜਿਹੜਾ ਕੁਝ ਵਾਪਰਿਆ ਅੱਜ ਦੇ ਦਿਨ 6 ਜੂਨ ਨੂੰ, ਉਹਦਾ ਦੋਸਤੋ ਮੁੱਢ ਵੱਜਦਾ ਕਿੱਥੋਂ ਆ? 75 ਦੀ ਐਮਰਜੈਂਸੀ ਤੋਂ, ਜਦੋਂ ਇੰਦਰਾ ਗਾਂਧੀ ਪੂਰੀ ਤਰ੍ਹਾਂ ਦੋਸਤੋ ਪਿੱਟ ਚੁੱਕੀ ਸੀ ਤੇ ਕੋਰਟ ਵੱਲੋਂ ਉਹਦਾ ਕੀ ਖਤਮ ਕਰ ਦਿੱਤਾ ਗਿਆ ਸੀ, ਐਮਪੀਸ਼ਿਪ ਵੀ ਕਹਿ ਦਿੱਤਾ ਗਿਆ ਸੀ, ਤਾਂ ਐਮਰਜੈਂਸੀ ਲਗਾਈ ਜਾਂਦੀ ਉਹਦੇ ਵੱਲੋਂ। 78 ਦੇ ਵਿੱਚ ਐਮਰਜੈਂਸੀ ਜਦੋਂ ਦੋਸਤੋ ਖਤਮ ਹੁੰਦੀ ਆ ਤਾਂ ਨਾਲ ਦੀ ਨਾਲ ਇਲੈਕਸ਼ਨ ਦੇ ਵਿੱਚ ਬੁਰੀ ਤਰ੍ਹਾਂ ਕਾਂਗਰਸ ਹਾਰ ਜਾਂਦੀ ਆ। ਤੇ ਕਾਂਗਰਸ ਦੇ ਹਾਰਨ ਤੋਂ ਬਾਅਦ ਸੱਤਾ ਦੇ ਵਿੱਚ ਕੌਣ ਆ ਕੇ ਬੈਠਦਾ? ਸਾਰਿਆਂ ਨੂੰ ਪਤਾ, ਸੰਘ ਦੇ ਜਿਹੜੇ ਲੋਕ ਸੀ ਨਾਲ ਬਾਦਲ ਕੇ ਪਰਿਵਾਰ ਸੀ, ਸਾਰੇ ਕੀ ਆ ਕਾਬਜ ਹੋ ਜਾਂਦੇ ਆ। ਤੇ ਉਸ ਤੋਂ ਦੋਸਤੋ ਫਿਰ ਇਹ ਉਹ ਲੋਕ ਸੀ ਜਿਨ੍ਹਾਂ ਤੋਂ ਸਟੇਟ, ਜਿਵੇਂ ਅਸੀਂ ਹੁਣ ਕਿਹਾ ਜਾ ਰਿਹਾ ਨਾ, ਪੋਸਟਾਂ ਪਾਈਆਂ ਜਾ ਰਹੀਆਂ ਕਿ ਜਿਹੜੇ ਆਪ ਵਾਲੇ ਨੇ ਇਹਨਾਂ ਤੋਂ ਸਾਂਭ ਨਹੀਂ ਰਹੀ ਸਟੇਟ। ਇਹੀ ਗੱਲਾਂ ਉਦੋਂ ਵੀ ਕੀਤੀਆਂ ਜਾਂਦੀਆਂ ਸੀ, ਕਹਿੰਦੇ ਸਟੇਟ ਸਾਂਭੀ ਨਹੀਂ ਜਾ ਰਹੀ ਇਹਨਾਂ ਤੋਂ। ਕਿਉਂਕਿ ਉਸ ਸਮੇਂ ਦੋਸਤੋ ਕੁਝ ਘਟਨਾਵਾਂ ਵਾਪਰੀਆਂ ਸੀ ਤੇ ਮੋਢੇ ਸਾਰੇ ਕਾਹੇ ਦਾ ਵੱਜਦਾ ਦੋਸਤੋ 13 ਅਪ੍ਰੈਲ 1978 ਨੂੰ, ਜਦੋਂ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਦੋਸਤੋ 13 ਸਿੰਘਾਂ ਦੀ ਇੱਕ ਮੁੱਠਭੇੜ ਹੁੰਦੀ ਆ ਨਿਰੰਕਾਰੀਆਂ ਨਾਲ, ਜਿਹਦੇ 13 ਸਿੱਖਾਂ ਦੀ ਮੌਤ ਹੁੰਦੀ ਆ, ਉੱਥੋਂ ਮੁੱਢ ਵੱਜਦਾ। ਤੇ ਉਸ ਤੋਂ ਬਾਅਦ ਕੇਸ ਚੱਲਦਾ ਹਰਿਆਣੇ ਦੇ ਵਿੱਚ, ਗੁਰਬਚਨ ਸਿੰਘ ਜਿਹੜਾ ਮਾਕੇ ਇਹਨਾਂ ਦੇ ਹੈੱਡ ਸੀ ਨਿਰੰਕਾਰੀਆਂ ਦੇ, ਉਹਨਾਂ ਦੇ ਕੇਸ ਚੱਲਦਾ ਤੇ ਉਹ ਦੋਸਤੋ ਬਾਹਰ ਵੀ ਆ ਜਾਂਦੇ ਆ। ਤੇ ਉਸ ਤੋਂ ਬਾਅਦ 24 ਅਪ੍ਰੈਲ 1980 ਨੂੰ ਫਿਰ ਉਹਨਾਂ ਦਾ ਕਤਲ ਕੀਤਾ ਜਾਂਦਾ ਸਿੱਖਾਂ ਵੱਲੋਂ, ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। ਜਥੇਦਾਰ ਰਣਜੀਤ ਸਿੰਘ ਵੀ ਉਹਦੇ ਵਿੱਚ ਜੇਲ੍ਹ ਕੱਟ ਕੇ ਆਏ ਨੇ, ਸ਼ਾਇਦ ਸਾਰੇ ਭਰਾਵਾਂ ਨੂੰ ਪਤਾ ਹੋ। ਉਸ ਤੋਂ ਬਾਅਦ ਦੋਸਤੋ ਮੁੱਢ ਵੱਜਦਾ ਤੇ ਮੁੱਢ ਵੱਜਣ ਤੋਂ ਬਾਅਦ ਕੁਝ ਘਟਨਾਵਾਂ ਜਿਹੜੀਆਂ ਹੋਰ ਜਿਨ੍ਹਾਂ ਨੇ ਕੀ ਇਹਨੂੰ ਹੋਰ ਮਜ਼ਬੂਤੀ ਮਾ ਕੇ ਦਿੱਤੀ ਜਿਹੜੇ ਹਾਲਾਤਾਂ ਨੂੰ, ਉਹ ਕਿਹੜੇ ਸੀ? ਉਹਦੇ ਵਿੱਚ ਦੋਸਤੋ 9 ਸਤੰਬਰ 1981 ਨੂੰ ਇੱਕ ਲਾਲਾ ਜਗਤ ਨਾਰਾਇਣ ਦਾ ਕਤਲ ਹੁੰਦਾ, ਜਿਹੜੇ ਪੰਜਾਬ ਕੀ ਆ ਕੇਸਰੀ ਅਖਬਾਰ ਚਲਾਉਂਦੇ ਸੀ। ਉਸ ਅਖਬਾਰ ਦੇ ਵਿੱਚ ਦੋਸਤੋ ਕਿਉਂ ਉਹਨਾਂ ਦਾ ਕਤਲ ਹੋਇਆ ਉਹ ਗੱਲ ਥੋੜੀ ਸਮਝਿਓ। 1981 ਜਦੋਂ ਜਨਗਣਨਾ ਹੋਈ ਨਾ, ਤਾਂ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ ਆਪਣੇ ਅਖਬਾਰ ਦੇ ਵਿੱਚ। ਉਸ ਆਰਟੀਕਲ 'ਚ ਲਿਖਿਆ ਗਿਆ ਸੀ ਕਿ ਜਿਹੜੇ ਵੀ ਹਿੰਦੂ ਪਰਿਵਾਰ ਨੇ ਉਹ ਆਪਣੀ ਮਾਤ ਭਾਸ਼ਾ ਜਨਗਣਨਾ ਦੇ ਵਿੱਚ ਹਿੰਦੀ ਲਿਖਣ
तो इसका संतां ने भी विरोध किया, होर भी बहुत लोगों ने विरोध किया तो उनका कतल कर दिता गया। तो उस कतल के इल्जाम के दोस्तों 15 सितंबर को उन्हों की हत्या तो 6 दिन बाद अरैसट किया जाता संत जरनैल सिंह भिंडरां वालियां नूं। ते अरैसट करन तो बाद इन्ना क रोह लोकां च उठ खड़दा दोस्तों कि उन्होंने छड्डना पैंदा, मजबूरी बस स्टेट झुक जाती आ ते कहना पैंदा उन्होंने संसद दे विच आके कांग्रेस सरकार नूं कि उन्हां विरुद्ध कोई प्रूफ नहीं मिले, इस करके उन्होंने किया रिहा किया जाता। तो उस तो बाद संतां दी जिहड़ी दोस्तों चढ़ाई शुरू हुई आ उस इंसीडेंट तो बाद की प्रॉपरली चलती आ। हुण कई लोग कहते हैं कि यह स्टेट ने पैदा किए जी, कांग्रेस ने पैदा किए जी, सब कुछ दोस्तों की चलदा ना। जदों मैं कहना स्टेट वरतदी आ लोकां नूं ते संतां नूं हाँ स्टेट वरतना चाहुंदी सी, पर वरत सिर्फ उन्हां नूं सकदे आ जिन्हां दे दिमाग नहीं हुंदा, पर संतां कोले जिहड़ा दिमाग सी, जिहड़ी दूरअंदेशी सी, वो समझण दी लोड़ आ। जदों उन्हां नूं किया तुसीं दोस्तों डिटेल दे विच उन्हां दे कोई लैक्चर भी सुणोगे, जानोगे वो कहंदे की सी ते रमज की हुंदी सी, वो समझण दी गल सी उन्हां दी। संत की लाई लक नहीं सी भी कांग्रेस के झांसे दे विच आ जांदे। इस करके संतां ने दोस्तों अपने तरीके दे नाल चले। हाँ कांग्रेस उन्होंने वरतना चाहती सी, अकालियां दे खिलाफ एक धिर खड़ी करके अपना मोहरा बनाउणी चाहती सी, पर वो दिमाग वाले सी, वरते नहीं गए। तो जो कोई वरत्या नहीं जाता फिर स्टेट दोस्तों उसके उल्ट भी की कार्रवाई करता, तो उन्होंने तो जिहड़ा फायदा लैण वाले लोग सी उन्होंने भी कार्रवाई की। एक होर दोस्तों घटना की वापरी सी उसे समय दे विच जदों संतां ने दोस्तों शुरुआत की तो उदों जिहड़े मैं आनंदपुर के मते की गल की, हुण उत्थों गल करदा कि 1973 च आनंदपुर का मता बनता, उहदे च मंगां जिहड़ियां सी लगभग मैं डिटेल च नहीं जांदा, सारिआं नूं पता होणगीਆਂ, कोई खालिस्तान नहीं मंगिया सी उहदे विच। आनंदपुर के मते की गल अकाली दल ने जो शुरू कर ली दोस्तों, उदों बाद भुल गए एमरजेंसी आ क्योंकि डरपोक सी अकाली दल के कुछ आगू, उस तो बाद उन्होंने छड्डता सी मता। पर जो दुआरे 87 दे विच इंदिरा गांधी दुआरे काबज हुंदी है ते पंजाब दे विच दुआरा सरकार की आ कांग्रेस की आ जाती आ, दरबारा सिंह मुख मंत्री बन जाता, ज्ञानी जैल सिंह नूं की आ एक सिख बंदे नूं इंदिरा गांधी देश का प्रेजिडेंट बना दिंदी आ, राष्ट्रपति बना दिंदी आ दोस्तों। उस तो बाद फिर वृतांत की सिरजिया जाता 1982 दे विच दुआरा अकाली दल जिहड़ा वो शुरू कर दिंदा दोस्तों आनंदपुर मते की गल, क्योंकि दुआरा जो इन्हां कोलों खुस जाता ना फिर इन्हां दे स्टेट भी लोग भी याद आ जाते आ। अपने वेले याद नहीं आता, जिवें हुण बंदी सिंह याद आए बैठे अकाली दल वालियां दे, तो अपनी सरकार थोड़ी रही सी उदों की कीता तुसीं। तो दोस्तों दुआरे जो आनंदपुर के मते की गल शुरू कर दी जाती आ तो 1982 दे विच संतां ने फिर एशियन गेम्स का विरोध किया। एशियन गेम्स जिहड़ियां करवाईयां जा रही सी, जे किते दोस्तों ये डरपोक विरती के लोग नाल खड़ जाते ना, क्योंकि प्रैशर बनाउणा पैंदा, एक मौका हुंदा प्रैशर बनाउण दा। इलैक्शन टाइम क्यों मैं कि धरने मुजाहरे किए जाते, क्यों मंगा की उस तो पहला चक्कियां जांदियां, हुण 4 साल कोई नहीं बोलता, साल रहिंदे क्यों किया जाता, क्योंकि प्रैशर बिल्ड हुंदा उदों। तो प्रैशर बिल्ड किया गया मैं कि केंद्र सरकार के उत्ते आनंदपुर के मते वास्ते भी सी। 1982 दे विच नवंबर दसंबर एशियन गेम सी, संतां ने विरोध करने की कोशिश की पर ज्यादातर कुछ बंदियां ने साथ नहीं दिता। उस तो बाद की है जो विरोध किया तो उहदे विच दोस्तों एक एयर चीफ मार्शल सी अर्जन सिंह जी, एक 1971 दे विच जिहड़े जंग के नायक रहे सी जगजीत सिंह अरोड़ा, जिन्हां ने 1971 की बंगलादेश वाली जंग च बड़ा अहम रोल निभाया सी, उन्हां नूं दोस्तों जलील किया जाता। 1500 बंदा फड़ के सिख जेलों च डक दिता जाता एशियन गेम के टाइम ते। हरियाणे दे विच बिल्कुल सील कर दिता गया सी हरियाणा, उस समय प्रैशर बनाने की कोशिश की गई सी, इसे करके की गई सी। उसे समय तो बाद उस समय के दौरान दोस्तों फिर एक DIG AS अटवाल का ਅੰਮ੍ਰਿਤਸਰ ਦੇ ਕੀ ਦਰਬਾਰ ਸਾਹਿਬ ਤੋਂ ਬਾਹਰ ਨਿਕਲਦਿਆਂ ਦਾ ਕਤਲ ਕੀਤਾ ਜਾਂਦਾ, ਤੇ ਉਸ ਸਮੇਂ ਸੈਂਟਰ ਵੱਲੋਂ ਦੋਸਤੋ ਸਪੋਰਟ ਭਾਵੇਂ ਕਹਿੰਦੇ ਕੀਤੀ ਜਾਂਦੀ ਸੀ, ਕਿਹਾ ਜਾਂਦਾ, ਤੇ ਕਹਿੰਦੇ ਵੀ 2 ਘੰਟੇ ਉਹਨਾਂ ਦੀ ਜਿਹੜੀ ਲਾਸ਼ ਸੀ ਉਹ ਕੋਈ ਚੱਕ ਨਹੀਂ ਸਕੇ ਸੀ ਪੁਲਿਸ ਮੁਲਾਜ਼ਮ, ਆਪਣੇ ਯਾਰ ਸੀਨੀਅਰ DIG ਦੀ ਲਾਸ਼ ਪੁਲਿਸ ਚੱਕਣ ਦੇ ਸਮਰੱਥ ਨਹੀਂ ਸੀ। ਦਰਬਾਰਾ ਸਿੰਘ ਨੇ ਕਹਿੰਦੇ ਉਸ ਤੋਂ ਬਾਅਦ ਗੱਲ ਕੀਤੀ ਸੰਤਾਂ ਨਾਲ ਫੋਨ ਤੇ, ਆਗਿਆ ਲੈ ਕੇ ਉਹਨਾਂ ਦੀ ਫੇਰ ਲਾਸ਼ ਚੱਕ ਕੇ ਲੈ ਕੇ ਗਏ ਸੀ ਉੱਥੋਂ DIG AS ਅਟਵਾਲ ਦੀ। ਤੇ ਉਸ ਤੋਂ ਬਾਅਦ ਦੋਸਤੋ ਕੀ ਆ ਮਾਹੌਲ ਦਾ ਸਾਰਾ ਮੁੱਢ ਵੱਜਦਾ, ਤੇ ਉਸੇ ਸਮੇਂ ਦੌਰਾਨ ਫਿਰ ਦੋਸਤੋ ਕੁਝ ਘਟਨਾਵਾਂ ਬੜੀ ਤੇਜ਼ੀ ਨਾਲ ਵਾਪਰਦੀਆਂ, ਜਿਵੇਂ 5 ਅਕਤੂਬਰ 1983 ਨੂੰ ਕਪੂਰਥਲੇ ਵਿੱਚ 6 ਹਿੰਦੂਆਂ ਨੂੰ ਕਪੂਰਥਲੇ ਚੋਂ ਬੱਸ ਦੇ ਵਿੱਚੋਂ ਉਤਾਰ ਕੇ ਮਾਰਿਆ ਜਾਂਦਾ। ਹੁਣ ਬੜੇ ਗਲਤ ਆਨਸਰ ਸੀ ਉਹਦਾ ਕੀ ਆ, ਠੁਣਾ ਜਿਹੜਾ ਸਾਰਾ ਸੰਤਾਂ ਸਿਰ ਬਹੁਤ ਕੁਝ ਲੱਗਿਆ, ਪਰ ਸੰਤਾਂ ਦੇ ਜਿਹੜੇ ਦੋਸਤੋ ਪ੍ਰਵਚਨ ਸੁਣਦੇ ਆ ਤੇ ਸੰਤਾਂ ਦੀਆਂ ਕੀਤੀਆਂ ਗੱਲਾਂ ਸੁਣਦੇ ਆ, ਕੱਲੀ ਕੱਲੀ ਗੱਲ ਕਲੀਅਰ ਹੋ ਜਾਂਦੀ ਆ। ਉਸ ਤੋਂ ਬਾਅਦ 15 ਦਸੰਬਰ 1983 ਨੂੰ ਦੋਸਤੋ ਅਕਾਲ ਤਖਤ ਦੇ ਵਿੱਚ ਸੰਤ ਜਾ ਕੇ ਬੈਠ ਗਏ ਸੀ 15 ਦਸੰਬਰ 1983 ਨੂੰ। ਤੇ ਉਸ ਤੋਂ ਬਾਅਦ ਦੋਸਤੋ ਸਾਰਾ ਘਟਨਾਕ੍ਰਮ ਕੀ ਵਾਪਰਦਾ, ਨਰਸਿਮਹਾ ਰਾਓ ਨੂੰ ਇੰਦਰਾ ਗਾਂਧੀ ਕਹਿ ਦਿੰਦੀ ਹੈ ਕਿ ਤੁਸੀਂ ਮੈਂ ਕਿ ਸਮਝੌਤਾ ਕਰਕੇ ਨਾਲ ਕੰਮ ਨਿਬੇੜੋ, ਕਿਉਂਕਿ ਇੰਦਰਾ ਗਾਂਧੀ ਦੋਸਤੋ ਇਹ ਕਰਨਾ ਨਹੀਂ ਚਾਹੁੰਦੀ, ਕਿਉਂਕਿ ਉਹ ਸਿੱਖਾਂ ਦੀ ਪ੍ਰਵਿਰਤੀ ਨੂੰ ਜਾਣਦੀ ਸੀ। ਇੰਦਰਾ ਗਾਂਧੀ ਨੇ ਨਰਸਿਮਹਾ ਰਾਓ ਨੂੰ ਅਪਾਇੰਟ ਕੀਤਾ, ਇਹ ਵੀ ਗੱਲ ਤਿਆਰ ਕੀਤੀ ਕਿ ਚੰਡੀਗੜ੍ਹ ਕੀ ਆ ਤੁਹਾਨੂੰ ਦੇ ਦਿੰਦੇ ਆ, ਅਬੋਹਰ ਦੇ ਕੁਝ ਖਿੱਤੇ ਕੀ ਆ ਹਰਿਆਣੇ ਨੂੰ ਦਿੱਤੇ ਜਾਣ। ਇਹ ਸਮਝੌਤੇ ਵਾਸਤੇ ਉਹਨਾਂ ਨੇ ਕਿਹਾ ਸੀ ਕਿ ਹਰਚੰਦ ਸਿੰਘ ਲੌਂਗੋਵਾਲ ਜਿਹੜੇ ਮਾਕੇ ਸੀਗੇ ਉਸ ਸਮੇਂ ਦੇ
अकाली दल के प्रधान सी ते दूसरे संत जरनैल सिंह भिंडरां वाले की कहते सहमति जरूरी आ। हालांकि सारा डरपोक अकाली दल पूरी तरह तैयार हो गया भी हाँ जी नवेड़ो काम, पर दोस्त इन्हां दोनों की की है सहमति मंगी गई सी सेंटर वालों ते इन्हां नूं मनाउण वास्ते गुरचरण सिंह टौड़ा जिहड़े SGPC के प्रधान सी ते नाल उन्हां दे मैं कि यही प्रकाश सिंह बादल की ड्यूटी लाई गई सी कि तुसीं कन्विंस करो। दोस्तों ना तो यह चाहते सी ते ना ही उस समय का पंजाब का कांग्रेसी मुख मंत्री सी दरबारा सिंह, वो भी नहीं चाहता सी क्योंकि वह संतां नूं दोस्तों कन्न भांदा सी चलदा सी ते वह चाहता नहीं सी कि संत पूरी तरह की पावर दे विच माके आउण, क्योंकि संतां दी उस समय मुख मंत्री तो वध दोस्तों पंजाब दे विच चलदी सी। इहो जिहा माहौल बनाया गया सी, पर यह माहौल जो दोस्तों उदों तक पहुंचाया क्यों गया? हुण कई लोग विरोध करते आ कि संतां नूं जदों अरैसट कर लिया गया सी माके उहदे अपना जिहड़ा जगत की हत्या की माके हत्या के केस दे विच कहंदे उस तो बाद छड्डिया क्यों गया? जे अरैसट कर लेंदे शायद कहंदे 84 ना वापरदी। पर दोस्तों जिहड़ा उन्हां दा जलौ ते उन्हां दीआं तकरीरां सी किसी सेंटर दा वजीर छड्डो बड़े लोग उन्हां कोले आए, किसी कोले जवाब नहीं दिता गया। ये सारा वरतांत दोस्तों जदों उस तों बाद वापरदा ते 19 जनवरी 1984 नूं 9 सिख हरियाणे विच मार दिते गए ते उस तो बाद दोस्तों 300 के करीब की आ लोगों की मौत हुंदी आ पहले 5 महीने 84 दे ते जून आ जाता ते फिर दोस्तों जिवें कहा जाता 1 जून तो 8 जून दे विच कहंदे घल्लू घरा वापरिया, पर असल घल्लू घरा 3 जून तो 6 जून तक वापरिया सी। 1 जून नूं एक बार की आ फौज उत्थे ला दित्ती गई सी। 2 जून नूं इंदिरा गांधी लाइव टीवी ते आके कहंदी है कि समझौते की पेशकश करदी आ। हालांकि उदों तक सारा ब्लू प्रिंट तैयार हो चुका सी क्योंकि फाइनल डेटा सारियां समझौते वालियां तकरीरां लंघ चुकियां सी। उधरों डवानी वर्गे, उधरों बादल कालाना, उधरों दोस्तों दरबारा सिंह वर्गे सारे की है इस चीज़ दे विच शामिल सी, साजिश दे विच। वो चाहुंदे सी जदों दोस्तों प्लैनिंग नाल कुछ कीता जांदा ना तां फिर की वो चीज़ नूं टालना बहुत औखा हो जांदा। सिद्धू मूसेवाले की हत्या बेशक बिल्ट प्रूफ कहंदे गड्डी लै जांदा, वो कहंदे फिर भी नहीं टल सकदी सी क्योंकि प्लैनिंग सी। 84 की भी प्लैनिंग कीती हुई सी इन्हां सारे लोगों वालों। ये सारे लोग चाहुंदे सी वो टालिया नहीं जा सकदा सी, ना इंदिरा गांधी टाल सकदी सी ना कोई होर टाल सकदा सी। इंदिरा गांधी ने ज्ञानी जैल सिंह नूं दस्से तो बिना दोस्तों ये एक्शन दे लिया सी, होर तरह के प्रैशर च आके ले लिया। हालांकि उस तो बाद दोस्तों सारिਆਂ ਨੂੰ पता हालात ਉਹਦੇ भी की सी ते ਪਹਿਲਾਂ भी की हालात सी। 2 जून ਨੂੰ एक बार ਉਹ ਕਾਲ ਦਿੰਦੀ ਆ ਤੇ 3 ਜੂਨ ਨੂੰ ਦੋਸਤੋ ਉੱਥੇ ਮੈਂ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਦਿਹਾੜਾ ਸੀਗਾ। ਉਸ ਦਿਨ ਬੜਾ ਜੋੜ ਮੇਲਾ ਇਕੱਠਾ ਹੋਇਆ, ਲੋਕ ਆਏ। ਉਸ ਤੋਂ ਬਾਅਦ ਉਹ ਲੋਕਾਂ ਦੇ ਆਉਣ ਤੋਂ ਬਾਅਦ ਦੋਸਤੋ 4 ਤਰੀਕ ਨੂੰ 5 ਤਰੀਕ ਕੀ ਆ ਲੰਘਦੀ ਆ, 5 ਤਰੀਕ ਨੂੰ ਸ਼ਾਮ ਨੂੰ ਦੋਸਤੋ 7 ਵਜੇ फायरिंग की जाती है फौज वालों। देखा जाता जिन्ना को उन्होंने CID मिली सी वो CID के विभाग से कोशिश करते हैं, पर दोस्तों अंदरों फायरिंग जो उस तो 10 गुणी होंगी आ क्योंकि फौज का एक तरीका होंगे कि उन्होंने फायरिंग पहला की मुका दिता जाए असला, पर इन्ना क ज़्यादा असला उत्थे पहुँच चुकिया सी। वो पहुंचा दोस्तों किसी ना किसी की सपोर्ट तो बिना या स्टेट या एजेंसियों तो बिना नहीं पहुँच सकता सी। वो पहुँचने के मदद तो हुई सी कुछ ना कुछ। उस तो बाद जो सारा वरतांत वापरदा ठीक है ਤੇ ਵਾਪਰਨ ਤੋਂ ਬਾਅਦ 7 ਵਜੇ ਤੋਂ ਬਾਅਦ ਜਦੋਂ ਮੈਂ ਕਿ ਪਹਿਲੀ ਕੋਸ਼ਿਸ਼ ਸ਼ੁਰੂ ਕੀਤੀ ਵੀ ਰਾਤੇ ਰਾਤ ਨਵੇੜ ਦਿੱਤਾ ਜਾਵੇ ਜਿਹੜਾ ਆਪਰੇਸ਼ਨ ਸੀ 5 ਤਰੀਕ ਨੂੰ 7 ਵਜੇ ਤੋਂ ਬਾਅਦ, ਪਰ ਦੋਸਤੋ ਅੰਦਰੋਂ ਫਾਇਰਿੰਗ ਜਵਾਬੀ ਫਾਇਰਿੰਗ 'ਚ ਬਹੁਤ ਜ਼ਿਆਦਾ ਸਿਪਾਹੀ ਕੀ ਆ ਭਾਰਤੀ ਫੌਜ ਦੇ ਮਾਰ ਦਿੱਤੇ ਜਾਂਦੇ ਆ। ਫੌਜੀ ਭਰਾ ਨੂੰ ਭਰਾ ਨਾਲ ਲੜਾਇਆ ਜਾ ਰਿਹਾ ਸੀ ਏਜੰਸੀਆਂ ਵੱਲੋਂ ਸਿਰਫ ਸਿਆਸੀ ਮਨੋਰਥਾਂ ਨੂੰ ਪੂਰਾ ਕਰਨ ਵਾਸਤੇ ਤੇ ਪੰਜਾਬ ਦਾ ਮਾਹੌਲ ਨੂੰ ਖਰਾਬ ਕਰਨ ਵਾਸਤੇ। ਉਹ ਹੁਣ ਵੀ ਕੀਤਾ ਜਾ ਰਿਹਾ। ਥੋੜੀ ਜਿਹੀ ਗੱਲ ਕੋਰਲੇਟ ਅਖੀਰ 'ਚ ਕਰਾਂਗੇ, ਤਾਂ ਹੀ ਕਹਿਣਾ ਸਾਂਝੀ ਜ਼ਰੂਰ ਕਰਿਓ, ਸਮਝਣੀ ਜ਼ਰੂਰੀ ਆ ਪੰਜਾਬੀਆਂ ਵਾਸਤੇ। ਤੇ ਦੋਸਤੋ ਉਸ ਤੋਂ ਬਾਅਦ ਜਦੋਂ ਗੱਲ ਸਾਰੀ ਵਾਪਰ ਗਈ ਸਵੇਰ ਤੱਕ ਉਹਨਾਂ ਤੋਂ ਕੁਝ ਵੀ ਨਹੀਂ ਹੋ ਸਕਿਆ ਸੀ। ਬਹੁਤ ਫੌਜੀਆਂ ਦੀ ਕੀ ਆ ਉੱਥੇ ਡੈਥ ਹੋ ਜਾਂਦੀ ਆ। ਤਾਂ ਅਖੀਰ 5:20 ਤੇ 6 ਜੂਨ ਨੂੰ ਦੋਸਤੋ ਪ੍ਰੋਪਰ ਪੂਰੀ ਤਿਆਰੀ ਦੇ ਨਾਲ ਫਿਰ ਫੌਜ ਅਟੈਕ ਕਰਦੀ ਆ। ਹਾਲਾਂਕਿ ਇਹ ਗੱਲ ਕੀ ਆ ਸ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਹਰਮੰਦਰ ਸਾਹਿਬ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਮੈਂ ਕਿ ਅਟੈਕ ਨਹੀਂ ਕਰਨਾ, ਕੱਲ ਅਕਾਲ ਤਖਤ ਦੇ ਉੱਪਰ ਅਟੈਕ ਕਰਨਾ। ਪਰ ਹਰਮੰਦਰ ਸਾਹਿਬ ਦੇ ਮੈਂ ਕਿ ਦੋਸਤੋ ਉੱਥੋਂ ਵੀ ਮੈਂ ਕਿ ਗੋਲੀਆਂ ਲੱਗੀਆਂ। ਹਾਲਾਂਕਿ ਬਦਨਾਮ ਕਰਨ ਖਾਤਰ ਕਿਹਾ ਗਿਆ ਕਿ ਅੰਦਰੋਂ ਬੰਬ ਚਲਾਏ ਗਏ ਜੀ, ਅੰਦਰੋਂ ਮੈਂ ਕਿ ਅਕਾਲ ਤਖਤ, बल्कि अकाल तख्त दोस्तों सामनी साइड तो टैंकों के नाल की फायरिंग की गई सी बहुत बुरे तरीके नाल। 6 जून नूं पूरा जिहड़ा वा के दोस्तों अटैक होया सी अज दे दिन, ते इस दिन दोस्तों संतां दी शहादत हुंदी आ ते रात तक पूरा जिहड़ा वा के सी ओह नवेड़ दिता जांदा। हालांकि 8 जून तक तां कहंदे क्योंकि 8 जून तक लाशां नूं दोस्तों बाहर कढिया जा रहा सी ते 8 जून नूं ਗਿਆਨੀ ਜੈਲ ਸਿੰਘ उत्थे विजिट करदे आ ते विजिट करन दे दौरान दोस्तों उन्हां दे अंदरों कुछ बचे होए ਸਿੰਘਾਂ ਵੱਲੋਂ फिर फायरिंग की जाती है ਜਿਹਦੇ ਵਿੱਚ ਕੀ ਉਹ ਵੱਜ ਜਾਂਦੇ ਆ, ਪਰ ਨਾਲ ਕੀ ਉਹਨਾਂ ਦੇ ਇੱਕ ਮਾਕੇ ਅਫਸਰ ਸੀ ਵੱਡਾ, ਉਹਦੀ ਬਾਹ ਦੇ ਵਿੱਚ ਗੋਲੀ ਲੱਗ ਜਾਂਦੀ ਆ। ਉਹਨਾਂ ਦੇ ਦੁਆਰਾ 8 ਤਰੀਕ ਨੂੰ ਵੀ ਅਟੈਕ ਹੁੰਦਾ ਦਰਬਾਰ ਸਾਹਿਬ ਦੇ ਮਾਕੇ ਅੰਦਰੋਂ ਤੇ 8 ਜੂਨ ਨੂੰ ਫਿਰ ਇਹ ਸਮਾਪਤ ਹੁੰਦਾ। ਇਹ ਸਾਰਾ ਜਿੰਨਾ ਵਰਤਾਂਤ ਵਾਪਰਿਆ ਸੀ ਦੋਸਤੋ ਸਾਡੇ ਇਤਿਹਾਸ 'ਚ ਸਭ ਤੋਂ ਮਾੜਾ ਜਿਹੜਾ ਸਿੱਖ ਧਰਮ ਤੇ ਅਟੈਕ ਹੋਇਆ ਜਿਹੜਾ ਕਿ ਮੰਨਿਆ ਜਾਂਦਾ। ਕੱਲਾ ਉੱਥੇ ਨਹੀਂ ਹੋਇਆ, ਬਹੁਤ ਗੁਰਦੁਆਰਿਆਂ ਤੇ ਹੋਇਆ, ਬੜੀ ਬੇਅਦਬੀਆਂ ਹੋਈਆਂ ਨੇ ਉਸ ਸਮੇਂ ਦੇ ਦੌਰਾਨ। ਉਹਨਾਂ 8 ਦਿਨਾਂ ਦੇ ਵਿੱਚ ਬਹੁਤ ਕੁਝ ਹੋਇਆ। ਉਹ ਵਰਤਾਂਤ ਨੂੰ ਦਿਲ ਦੇ ਵਿੱਚ ਵਸਾਉਣ ਵਾਸਤੇ ਮੈਂ ਕਹਿੰਦਾ ਜਿਹੜਾ
ਮੈਂ ਕਿ ਸਾਡਾ ਉੱਥੇ ਅਕਾਲ ਤਖਤ ਦੋਸਤੋ ਤਬਾਹ ਕੀਤਾ ਗਿਆ ਸੀ, ਉਹਨੂੰ ਸ਼ੀਸ਼ੇ 'ਚ ਜੜਾ ਕੇ ਰੱਖਣਾ ਬਣਦਾ ਸੀ ਤਾਂ ਕਿ ਜ਼ਖਮ ਕੀ ਆ ਲਗਭਗ ਕੀ ਆ ਰਹਿਣ ਤੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਬੇਸ਼ੱਕ ਨਵੀਆਂ ਸਰਕਾਰਾਂ ਯਾਦ ਰੱਖਣ ਕਿ ਇੱਥੇ ਜੇਕਰ ਕਿਸੇ ਨੇ ਕੁਝ ਕੀਤਾ ਸੀ ਤਾਂ ਉਹਨੂੰ ਭੁਗਤਣਾ ਪਿਆ ਸੀ। ਇੰਦਰਾ ਗਾਂਧੀ ਨੇ ਭੁਗਤਿਆ ਸੀ। ਇੰਦਰਾ ਗਾਂਧੀ ਦੀ ਦੋਸਤੋ ਉਦੋਂ ਬਾਅਦ ਹੱਤਿਆ ਕੀਤੀ ਜਾਂਦੀ ਹੈ। ਬੇਸ਼ੱਕ ਹੀ ਆ ਉਹਦੀ ਮੌਤ ਤੋਂ ਬਾਅਦ 3000 ਸਿੱਖ ਦਿੱਲੀ ਦੇ ਵਿੱਚ ਵੀ ਕੋਹ ਕੇ ਮਾਰੇ ਗਏ ਉਸ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਗਲਤ ਸਟੇਟਮੈਂਟ ਕਰਕੇ। ਤੇ ਜਗਦੀਸ਼ ਟਾਈਟਲਰ ਵਰਗੇ ਜਿਹੜੇ ਸਾਰੇ ਅਸੀਂ ਜਾਣਦੇ ਉਹ ਉਹਦੀ ਅਗਵਾਈ ਕਰ ਰਹੇ ਸੀ, ਜਿਹੜੇ ਬਾਅਦ 'ਚ MP ਵੀ ਬਣਾਏ ਜਾਂਦੇ ਆ। ਉਸੇ ਚੀਜ਼ ਦੇ ਵਿੱਚ ਦੋਸਤੋ ਕੁਝ ਘਟਨਾਵਾਂ ਕਨਿਸ਼ਕਾ ਕਾਂਡ ਵਾਪਰਦਾ 1985 ਦੇ ਵਿੱਚ, ਜਿਸ 'ਚ 329 ਦੇ ਕਰੀਬ ਕੀ ਆ ਪੈਸੰਜਰਾਂ ਦੀ ਡੈਥ ਹੁੰਦੀ ਆ। ਮੌਂਟਰੀਅਲ ਤੋਂ ਬੰਬੇ ਆ ਰਿਹਾ ਜਹਾਜ਼ ਸੀ, ਉਹ ਵੀ ਸਿੱਖਾਂ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉੱਥੇ ਬੰਬ ਫਟ ਗਿਆ ਸੀ। AS ਵੈਦਿਆ ਮਾਰਿਆ ਜਾਂਦਾ ਪੂਨੇ ਦੇ ਵਿੱਚ ਜਾ ਕੇ। ਇਹ ਸਾਰੀਆਂ ਘਟਨਾਵਾਂ ਦੋਸਤੋ ਉਸ ਤੋਂ ਬਾਅਦ ਵਾਪਰਦੀਆਂ। ਜਿਹੜੇ ਹਾਲਾਤ ਉਸ ਤੋਂ ਬਾਅਦ ਕੀ ਆ ਸਾਡੇ ਬਜ਼ੁਰਗਾਂ ਨੇ ਜਾਂ ਅਸੀਂ ਵੀ ਹੰਢਾਏ ਆ, ਉਹ ਲਗਭਗ ਕਈ ਭਰਾਵਾਂ ਦੇ ਕੀ ਆ ਜਿਹਨ ਦੇ ਵਿੱਚ ਹੋਣਗੇ। ਬੇਸ਼ੱਕ 85 ਤੋਂ 87 ਤੱਕ ਦੋਸਤੋ ਬਾਦਲਾਂ ਦੀ ਸਰਕਾਰ ਦੁਆਰੇ ਵੀ ਬਣ ਗਈ ਸੀ, ਪਰ ਉਹ ਕੁਝ ਨਹੀਂ ਕਰ ਸਕੀ ਸੀ ਕਿਉਂਕਿ ਸੈਂਟਰ ਨੇ ਫਿਰ ਦੋਸਤੋ ਉਹੀ ਕੀਤਾ। 92 ਤੱਕ ਉਹੀ ਚੀਜ਼ ਚੱਲਦੀ ਰਹੀ ਆ। ਜਿਹੜਾ ਕੁਝ ਕੀਤਾ ਗਿਆ ਸੀ ਸੋਚ ਸਮਝ ਕੇ ਕੀਤਾ ਗਿਆ ਸੀ। ਏਜੰਸੀਆਂ ਵੱਲੋਂ, ਸਟੇਟ ਵੱਲੋਂ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਰਹੀਆਂ ਨੇ। ਸਟੇਟ ਸੈਂਟਰ ਦੇ ਵਿੱਚ ਕੋਈ ਵੀ ਹੋਵੇ ਦੋਸਤੋ, ਪੰਜਾਬ ਦੇ ਵਿੱਚ ਇੱਕ ਚੀਜ਼ ਲੋਕ ਜਾਣਦੇ ਕਿ ਪੰਜਾਬ ਦੇ ਵਿੱਚ ਇਨਕਲਾਬ ਦੇ ਬੀਜ ਪਏ ਨੇ ਤੇ ਹੁਣ ਵੀ ਪਏ ਨੇ। ਉਹ ਇਹਨਾਂ ਨੇ ਚੈੱਕ ਕਰਕੇ ਦੇਖਿਆ ਕਿਸਾਨ ਅੰਦੋਲਨ ਦੇ ਵਿੱਚ, ਤੇ ਹੁਣ ਵੀ ਕੀ ਆ ਉਹ ਇਹੀ ਚਾਹੁੰਦੇ ਆ ਕਿ ਕੋਈ ਇੱਥੇ ਪੈਦਾ ਨਾ ਹੋ ਸਕੇ। ਹੁਣ ਇੱਕ ਵੀਰ ਨੇ ਅੱਜ ਗੱਲ ਕੀਤੀ, ਕਹਿੰਦੇ ਸਿੱਧੂ ਮੂਸੇਵਾਲਾ ਯਾਰ ਗਲਤ ਗਾਣੇ ਗਾਉਂਦਾ ਸੀ, ਹੁਣ ਕਹਿੰਦੇ ਮੁੜਨ ਲੱਗ ਗਿਆ ਸੀ, ਇਸੇ ਕਰਕੇ ਮਾਰਤਾ। ਹੁਣ ਲੋਕਾਂ ਦੀ ਜਿਹੜੀ ਦੋਸਤੋ ਭਾਖਿਆ ਹੈਗੀ ਆ। ਮੈਂ ਇੱਕ ਗੱਲ ਕਰਦਾ, ਕੱਲਾ ਉਹ ਨਹੀਂ, ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਏਜੰਸੀਆਂ, ਕੱਲਾ ਇਹ ਨਹੀਂ ਦੋਸਤੋ, ਉਸਾਮਾ ਬਿਨ ਲਾਦੇਨ ਵੀ ਮਾਕੇ ਪੈਦਾ ਕੀਤਾ ਗਿਆ। ਬਹੁਤ ਬੰਦੇ ਆ ਬਗਦਾਦੀ ਵਰਗੇ ਪੈਦਾ ਕੀਤੇ ਜਾਂਦੇ ਆ ਆਪਣੇ ਦੇ ਲਈ, ਪਰ ਉਹ ਲੋਕ ਜਿਹੜੇ ਦਿਮਾਗੀ ਲੋਕ ਸੀ ਆਪਣੀ ਕੌਮ ਦੇ ਲਈ ਲੜੇ, ਆਪਣੇ ਧਰਮ ਦੇ ਖਾਤਰ ਲੜੇ। ਉਹਨਾਂ ਨੇ ਜਿਹਾਦ ਕੀਤਾ। ਬੇਸ਼ੱਕ ਉਹ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ, ਕਿਉਂਕਿ ਉਹ ਸਿਰਫ ਬੇਵਕੂਫ ਬੰਦੇ ਨੂੰ ਵਰਤ ਸਕਦੇ ਆ, ਜਿਹੜਾ ਜਜ਼ਬਾਤੀ ਇਕੱਲੇ ਨੂੰ। ਪਰ ਜਜ਼ਬਾਤਾਂ ਦੇ ਨਾਲ ਨਾਲ ਜਿਹੜਾ ਬੰਦਾ ਬ੍ਰੇਨ ਰੱਖਦਾ ਨਾ, ਦਿਮਾਗ ਰੱਖਦਾ, ਇਸੇ ਕਰਕੇ ਕਹਿਣਾ ਇਕੱਲੇ ਜਜ਼ਬਾਤਾਂ ਨਾਲ ਅਸੀਂ ਕੱਖ ਨਹੀਂ ਕਰ ਸਕਦੇ। ਪੰਜਾਬ ਦੇ ਲੋਕ ਦੋਸਤੋ ਮਾਸਟਰ ਤਾਰਾ ਸਿੰਘ ਵਰਗੇ ਵੀ ਟੇਬਲ ਤੇ ਜਾ ਕੇ ਹਰਦੇ ਰਹੇ ਜਜ਼ਬਾਤੀ ਹੋਣ ਕਰਕੇ। ਸਾਨੂੰ ਅੱਜ ਕੀ ਆ, ਸਿਰਫ ਦਿਮਾਗ ਨਾਲ ਲੜਾਈ ਲੜਨ ਦੀ ਲੋੜ ਆ, ਤੇ ਦਿਮਾਗ ਨਾਲ ਲੜਾਈ ਲੜ ਕੇ ਅਸੀਂ ਬਹੁਤ ਈਜ਼ੀਲੀ ਹਰਾ ਸਕਦੇ ਸੀ। ਕਿਸਾਨ ਅੰਦੋਲਨ 'ਚ ਅਸੀਂ ਬਹੁਤ ਵਾਰ ਕਿਹਾ, ਪੁਰਾਣੀ ਸਟੇਟਮੈਂਟ 'ਚ ਆ ਕੇ ਦੇਖ ਲਿਓ। ਇਹਨਾਂ ਖੇਤੀਬਾੜੀ ਬਿੱਲਾਂ ਦੇ ਮਾਗੇ ਕੀ ਆ ਵਿੱਚ ਸਿਰਫ ਚੇਂਜ ਕਰਾ ਕੇ ਅਸੀਂ ਇਹਨਾਂ ਨੂੰ ਆਪਦੇ ਭਲੇ ਵਾਸਤੇ ਹੀ ਵਰਤ ਸਕਦੇ ਸੀ। ਬੇਸ਼ੱਕ ਸੱਪ ਸੀ, ਪਰ ਸੱਪ ਦੀ ਜ਼ਹਿਰ ਕੱਢ ਕੇ ਉਹਨੂੰ ਫਾਇਦੇ ਵਾਸਤੇ ਵਰਤਿਆ ਜਾ ਸਕਦਾ ਸੀ। ਟੇਬਲ ਟਾਕ ਤੇ ਅਸੀਂ ਹਰੇ ਆ ਕਿਉਂਕਿ ਅਸੀਂ ਪੂਰੀ ਤਰ੍ਹਾਂ ਦਿਮਾਗ ਨਹੀਂ ਵਰਤ ਸਕੇ। ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਹ ਦਿਮਾਗ ਰੱਖਦੇ ਸੀ, ਜਿਹੜੇ ਦਿਮਾਗ ਨੂੰ ਦੋਸਤੋ ਕੋਈ ਵੀ ਕਿਸੇ ਤਰ੍ਹਾਂ ਮਾਕੇ ਉਹ ਨਹੀਂ ਕਰ ਸਕਦਾ ਸੀ। ਇੱਕ ਵੀਰ ਨੇ ਲਿਖਿਆ ਕਿ 3000 ਨਹੀਂ 2000 ਪਲੱਸ ਸੀ ਭਾਜੀ। ਦੋਸਤੋ ਉਹ ਜਿਹੜੀ ਫਿਗਰ ਦਿੱਤੀ ਜਾਂਦੀ ਹੈ 3000, ਮੈਂ ਦਿੱਲੀ 'ਚ ਕਤਲੇਆਮ ਜਿਹੜਾ ਉਹਦੀ ਗੱਲ ਕਰਦਾ, ਬੇਸ਼ੱਕ ਉੱਥੇ ਮਾਰੇ ਗਏ ਨੇ, ਪਰ ਜਿਹੜੀ ਫਿਗਰ ਕੀ ਆ ਆਮ ਤੌਰ ਤੇ ਕਿਤਾਬਾਂ 'ਚ ਪੜ੍ਹਾਈ ਜਾਂਦੀ ਆ ਬਹੁਤ ਹੀ ਜਣੇ ਤਾਂ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਕਮਾ ਕੇ ਫੌਜੀ ਵੀ ਬਹੁਤ ਜ਼ਿਆਦਾ ਗਿਣਤੀ 'ਚ ਮਰੇ ਸੀ, ਤੇ ਸਰਕਾਰ ਨੇ 82 ਫੌਜੀ ਦੱਸਿਆ ਕਿ 82 ਫੌਜੀਆਂ ਦੀ ਮਾਕੇ ਉੱਥੇ ਕੀ ਆ ਮੌਤ ਹੋਈ ਸੀ। ਇਹ ਸਾਰਾ ਕੁਝ ਜਿਹੜਾ ਸੈਂਟਰ ਸਟੇਟ ਏਜੰਸੀਆਂ ਕਰਦੀਆਂ ਨੇ, ਇਹਨੂੰ ਸਮਝਣ ਦੀ ਲੋੜ ਆ। ਤੇ ਸੰਤਾਂ ਦਾ ਕੀ ਆ, ਕਈ ਲੋਕ ਕੀ ਆ ਭਰਾ ਕਰਦੇ ਆ, ਮੈਂ ਕਹਿਣਾ ਕਿ ਉਹਨਾਂ ਨੂੰ ਵੀ ਸਮਝਣ ਦੀ ਲੋੜ ਆ। ਉਹਨਾਂ ਦਾ ਕੀ ਦਿਮਾਗ ਸੀ, ਕੀ ਕਹਿੰਦੇ ਸੀ, ਕੀ ਸਮਝ ਸੀ, ਅੱਜ ਵੀ ਸੁਣ ਲਈਏ ਨਾ। ਸਾਡੀ ਯਾਰ ਕੌਮ ਕੋਲੇ ਭਰਪੂਰ ਸਿੰਘ ਬਲਵੀਰ ਵਰਗੇ ਉਹ ਯੋਧੇ ਹੋਇਆ ਤੇ ਉਹ ਦਿਮਾਗੀ ਬੰਦੇ ਹੋਏ ਆ। ਜਿਹੜਾ ਇੰਦਰਾ ਗਾਂਧੀ ਨੂੰ 2 ਮਿੰਟਾਂ ਦੇ ਵਿੱਚ ਸਟਾਰਟਿੰਗ 'ਚ ਦੱਸਿਆ, ਦੁਬਾਰੇ ਸੁਣ ਲਿਓ ਮੇਰੇ ਭਰਾ, 2 ਮਿੰਟਾਂ 'ਚ ਇੰਦਰਾ ਗਾਂਧੀ ਨੂੰ ਆਨੰਦਪੁਰ ਦਾ ਮਤਾ ਦਿਮਾਗ 'ਚ ਪਾਤਾ ਸੀ ਉਹਨਾਂ ਨੇ। ਆਨੰਦਪੁਰ ਦਾ ਮਤਾ ਕੀ, ਉਹ ਸਮਝਦੇ ਸੀ ਕਿ ਸਿੱਖਾਂ ਨੂੰ ਇਹੀ ਗੱਲ ਇੰਦਰਾ ਗਾਂਧੀ ਨੂੰ ਪੜ੍ਹਾਈ ਗਈ ਸੀ ਕਿ ਅੱਡ ਦੇਸ਼ ਮੰਗਦੇ ਆ, ਪਰ ਉਹਨਾਂ ਨੇ ਦੱਸਿਆ ਸੀ। ਹੁਣ ਅਸੀਂ ਪਾਕਿਸਤਾਨ ਦੀ ਭੂਮਿਕਾ ਦੀ ਥੋੜੀ ਜਿਹੀ ਗੱਲ ਕਰਦਾ ਦੋਸਤੋ। ਅਸੀਂ ਗੱਲ ਕਰਦੇ ਹਾਂ ਕਿ ਪਾਕਿਸਤਾਨ ਨੇ ਕਹਿੰਦੇ ਜੀ ਸਪੋਰਟ ਕੀਤੀ। ਪਾਕਿਸਤਾਨ ਸਪੋਰਟ ਕਰੂਗਾ ਯਾਰ, ਸ਼ਰੀਕ ਸੀ ਤੁਹਾਡਾ, ਕਿਉਂਕਿ ਸਾਡੇ ਦੇਸ਼ ਨੇ ਦੋਸਤੋ 1971 ਦੀ ਜੰਗ ਦੇ ਵਿੱਚ ਮੁਜੀਬੁਰ ਰਹਿਮਾਨ ਦੇ ਦੋਸਤੋ ਜਿਹੜਾ ਬੰਗਲਾਦੇਸ਼ ਦਾ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਬਣਿਆ, ਬਾਅਦ 'ਚ ਕਾਬਜ਼ ਵੀ ਹੋਇਆ ਤੇ ਬਾਅਦ 'ਚ ਹੱਤਿਆ ਵੀ ਹੋਈ। ਉਹ ਦੋਸਤੋ ਉਹਨਾਂ ਦੀ ਮਦਦ ਕਿਹਨੇ ਕੀਤੀ ਸੀ? ਅਸੀਂ ਵੀ ਕੀਤੀ ਸੀ। ਉਹਨਾਂ ਦਾ ਆਪਸ ਵਿੱਚ ਡਿਸਪਿਊਟ ਸੀ, ਉਹ ਡਿਸਪਿਊਟ ਦੇ ਵਿੱਚ ਅਸੀਂ ਵੀ ਪਏ ਸੀ, ਤੇ ਉਹਨਾਂ ਨੇ ਆਪਦੀ ਬੀੜੀ ਤਾਰਨੀ ਸੀ। ਅਸੀਂ ਉਹਨਾਂ ਦੇ 2 ਮੁਲਕ ਕਰਾਉਣ ਦੇ ਵਿੱਚ ਅਸੀਂ ਦੋਸਤੋ ਰੋਲ ਨਿਭਾਇਆ, ਬੇਸ਼ੱਕ ਪੋਜ਼ਿਟਿਵ ਸੀ, ਤਾਂ ਅਗਲੇ ਵੀ ਨਿਭਾਉਣਗੇ। ਹੋਰ ਵੀ ਕੀ ਇਹਦੇ ਵਿੱਚ ਕੀ ਆ ਸ਼ਾਮਲ, ਕੀ ਆ ਪਾਕਿਸਤਾਨ ਦਾ ਬਿਲਕੁਲ ਹੱਥ ਸੀ, ਕਹਿੰਦੇ ਕਿ ਪਾਕਿਸਤਾਨ ਦਾ ਹੱਥ ਸੀ। ਸੰਤਾਂ ਨੂੰ ਜਦੋਂ ਸਵਾਲ ਕੀਤਾ, ਸੰਤ ਕਹਿੰਦੇ ਸੀ ਕਿ ਇੱਥੇ ਸਾਹਮਣੇ ਖੇਤਾਂ ਵਿੱਚ ਹੀ ਦਿੰਦਾ ਸੀ ਦਰਬਾਰ ਸਾਹਿਬ ਤੋਂ, ਕਹਿੰਦੇ ਪਾਕਿਸਤਾਨ, ਅਸੀਂ ਉੱਥੇ ਜਾ ਕੇ ਫਿਰ ਗਰੀਲਾ ਵਾਰ ਲੜਾਂਗੇ। ਉਹ ਪ੍ਰੈਸ਼ਰ ਬਿਲਡ ਕਰ ਰਹੇ ਸੀ। ਜੇ ਕਿਤੇ ਅਕਾਲੀ ਦੋਸਤੋ ਸਾਥ ਦੇ ਦੇਣਾ ਸੰਤ ਜਰਨੈਲ ਸਿੰਘ ਜੀ ਦਾ, ਤੇ ਮੇਰੇ ਖਿਆਲ ਦੇ ਵਿੱਚ ਦੋਸਤੋ ਉਸੇ ਸਮੇਂ ਤੇ ਫੈਡਰਲ ਸਿਸਟਮ ਜਿਹੜੀ ਸੀ ਵੱਧ ਕੀ ਆ ਅਧਿਕਾਰਾਂ ਦੀ ਮੰਗ ਕਰਦੇ ਸੀ, ਇਹ ਗੋਡਨਾ ਪਰਨੇ ਹੋ ਕੇ ਕਾਂਗਰਸ ਸਰਕਾਰ ਨੂੰ ਵੀ ਦੇਣੇ ਪੈਂਦੇ। ਤੇ ਹੁਣ ਵੀ ਦੋਸਤੋ ਉਹਦੇ ਵਾਸਤੇ ਸਾਨੂੰ ਉਸੇ ਤਰ੍ਹਾਂ ਦੀ ਇਕਮੁੱਠਤਾ ਦੀ ਦਿਮਾਗ ਨਾਲ ਲੜਾਈ ਲੜਨੀ ਪਊ, ਹਥਿਆਰ ਨਾਲ ਲੜਾਈ ਨਹੀਂ ਲੜਨੀ। ਉਸ ਸਮੇਂ ਕੀ ਅੱਤਵਾਦੀ ਕਿਹਾ ਗਿਆ ਸਾਡੇ ਪੁੱਤਾਂ ਨੂੰ, ਤੇ ਅੱਜ ਦੋਸਤੋ ਸਾਡੇ ਪੁੱਤਾਂ ਨੂੰ ਗੈਂਗਸਟਰ ਕਿਹਾ ਜਾਂਦਾ। ਇਹ ਗੈਂਗਸਟਰਵਾਦ ਲੈ ਕੇ ਕੌਣ ਗਿਆ ਯਾਰ? ਇਹੀ ਸਿਆਸੀ ਲੋਕ ਲੈ ਕੇ ਗਿਆ ਜਿਨ੍ਹਾਂ ਨੇ 84 ਪੈਦਾ ਕੀਤਾ। ਤੇ ਇੱਕ ਵੀਰ ਨੇ ਪ੍ਰੋ ਪੰਜਾਬ ਵਾਲੇ ਵੀਰ ਨੇ ਬੜੀ ਵਧੀਆ ਪੋਸਟ ਪਾਈ ਸੀ, ਉਹ ਕਹਿੰਦਾ ਇਹਨਾਂ ਨੂੰ ਵੀ ਘਰੇ ਮੋੜਨ ਵਾਸਤੇ ਯਾਰ ਕੋਸ਼ਿਸ਼ ਕਰਨੀ ਬਣਦੀ ਆ। ਜੇ ਸਟੇਟ ਚਾਹੇ, ਜੇ ਪੁਲਿਸ ਚਾਹੇ
ਇੱਕ ਤਰੀਕੇ ਨਾਲ ਦੋਸਤੋ ਸਾਰੇ ਲੋਕ ਕੀ ਹੈ ਇੱਕ ਹਾਲਾਤਾਂ ਦੇ ਮਾਰੇ ਵੇ ਭੱਜ ਕੇ ਕੀ ਹੈ ਕ੍ਰਿਮੀਨਲ ਵੈਸੇ ਨਹੀਂ ਬਣੇ, ਕੋਈ ਢਿੱਡੋਂ ਜੰਮ ਕੇ ਨਹੀਂ ਬਣਦਾ, ਹਾਲਾਤ ਪੈਦਾ ਕਰਦੇ ਆ ਸਿਸਟਮ ਦੇ ਕੀ ਆ ਸਤਾਏ ਕਰਦੇ ਆ। ਪਰ ਹੁਣ ਜਿਹੜਾ ਗਲੈਮਰ ਪੈਦਾ ਕੀਤਾ ਜਾ ਰਿਹਾ ਉਹਦੇ ਕਰਕੇ ਵੀ ਹੋ ਰਿਹਾ, ਉਹ ਵੀ ਸਰਕਾਰਾਂ ਦੀ ਨਲਾਇਕੀ ਆ। ਜਿਹੜਾ ਗਲੈਮਰਸ ਕੀ ਆ ਪੇਸ਼ ਕੀਤਾ ਜਾ ਰਿਹਾ ਨਾ ਗੈਂਗਸਟਰਵਾਦ ਦਾ, ਉਹਨੂੰ ਦੋਸਤੋ ਰੋਕਿਆ ਜਾ ਸਕਦਾ। ਰੋਕਿਆ ਕਿਵੇਂ ਜਾ ਸਕਦਾ? ਸੈਂਸਰ ਬੋਰਡ ਕੀ ਕਰਦਾ? ਗਾਣਿਆਂ ਨੂੰ ਰੋਕ ਸਕਦਾ, ਬੈਨ ਕਰ ਸਕਦਾ। ਬੈਨ ਕਰਨਾ ਬਣਦਾ ਤਾਂ ਕੁਝ ਨੂੰ ਪ੍ਰਮੋਟ ਨਾ ਕੀਤਾ ਜਾ ਸਕੇ। ਤੇ ਉਸ ਤਰ੍ਹਾਂ ਗਏ ਹੋਏ ਸਾਡੇ ਜਵਾਕ ਨੇ ਯਾਰ ਆਪਦੇ, ਉਹਨਾਂ ਜਵਾਕਾਂ ਨੂੰ ਮੋੜਨ ਵਾਸਤੇ ਇੱਕ ਕੋਸ਼ਿਸ਼ ਕਰਨੀ ਬਣਦੀ ਆ। ਤੇ ਜੇਕਰ ਕੋਸ਼ਿਸ਼ ਕੀਤੀ ਜਾਵੇ, ਦਿਲੋਂ ਕੀਤੀ ਜਾਵੇ, ਤਾਂ ਮੈਂ ਕਹਿੰਦਾ ਬਹੁਤ ਵੱਡੀ ਗਿਣਤੀ 'ਚ ਪੁੱਤ ਨੇ ਜਿਹੜੇ ਵਾਪਸ ਮੁੜ ਸਕਦੇ ਆ, ਉਹ ਤਿਆਰ ਵੀ ਹੈਗੇ ਆ। ਕੋਸ਼ਿਸ਼ ਕਦੇ ਕੀਤੀ ਨਹੀਂ ਗਈ, ਦਿਲੋਂ ਨਹੀਂ ਕੀਤੀ ਗਈ, ਕਿਉਂਕਿ ਜਿਹੜਾ ਬੰਦਾ ਚੱਕਿਆ ਜਾਂਦਾ ਬਾਅਦ ਤੇ ਤਸ਼ੱਦਦ ਇੰਨਾ ਕੀਤਾ ਜਾਂਦਾ। ਬਹੁਤ ਪੁੱਤ ਨੇ ਉਸ ਰਾਹ ਤੇ ਤੋਰਨ ਵਾਲੀ ਸਿਆਸਤ ਆ। ਜੇ ਸਿਆਸਤ ਨੂੰ ਜ਼ਿੰਮੇਵਾਰ ਸਮਝਦੇ ਹੋ ਤਾਂ ਤੁਹਾਨੂੰ ਇੱਕੋ ਬੇਨਤੀ ਕਰਦਾ ਦੋਸਤੋ, ਸਰਕਾਰ ਨੂੰ ਜਿਹੜੇ ਬੰਦੇ ਨੂੰ ਜ਼ਿੰਮੇਵਾਰ ਮੰਨਦੇ ਹੋ ਉਹਦਾ ਨਾਂ ਲਿਖੋ, ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ। ਤੇ ਜਿਹੜਾ ਇਹ ਸਾਰਾ ਵਰਤਾਂਤ ਤੁਹਾਡੇ ਨਾਲ ਸਾਂਝਾ ਕੀਤਾ, ਇਸੇ ਕਰਕੇ ਬੇਨਤੀ ਕਰਦਾ ਕਿ ਸਿਸਟਮ ਤੇ ਹਾਲਾਤ ਤੇ ਛਾਤਰ ਲੋਕ ਆ ਜਿਹੜੇ, ਉਹ ਕੀ ਆ ਦੋਸਤੋ ਸਮੇਂ ਨੂੰ ਵਰਤ ਰਹੇ ਆ। ਅਸੀਂ ਸਮਾਂ ਵਰਤ ਲਈਏ ਤੇ ਸਮਾਂ ਵਰਤਣ ਵਾਸਤੇ ਸਮਝ ਬਣਾ ਲਈਏ ਤੇ ਪ੍ਰੈਸ਼ਰ ਬਿਲਡ ਕਰੀਏ। ਆਪਦੇ ਪੁੱਤਾਂ ਨੂੰ ਲੜਾ ਕੇ ਉਦੋਂ ਵੀ ਦੋਸਤੋ ਫੌਜ ਦੇ ਵਿੱਚ ਵੀ ਸਿੱਖ ਸੀ ਤੇ ਇਧਰਲੇ ਪਾਸੇ ਵੀ ਕੀ ਆ ਸਿੱਖ ਸੀ। ਮਰਵਾਏ ਕੀ ਨੇ? ਗੰਦੇ ਸਿਸਟਮ ਨੇ ਤੇ ਛਾਤਰ ਲੋਕਾਂ ਨੇ, ਜਿਹਦੇ ਵਿੱਚ ਸਾਰੇ ਸਿਆਸੀ ਪਾਰਟੀਆਂ ਦੇ ਉਹ ਲੋਕ ਸੀ ਜਿਨ੍ਹਾਂ ਦੇ ਨਿੱਜੀ ਮਫਾਦ ਸੀ। ਦਰਬਾਰਾ ਸਿੰਘ ਗੱਲ ਨਿਬੇੜ ਸਕਦੇ ਸੀ ਪਰ ਨਿਬੇੜਨਾ ਨਹੀਂ ਚਾਹੁੰਦਾ ਸੀ। ਅਕਾਲੀ ਦਲ ਦੋਸਤੋ ਸਾਥ ਦੇ ਸਕਦਾ ਸੀ, ਅਕਾਲੀ ਦਲ ਨੇ ਸਾਥ ਨਹੀਂ ਦਿੱਤਾ। ਜੇ ਕਿਤੇ ਅਕਾਲੀ ਦਲ ਵੀ ਪੂਰੀ ਤਰ੍ਹਾਂ ਸਾਥ ਦੇ ਜਾਂਦਾ, ਪ੍ਰੈਸ਼ਰ ਬਿਲਡ ਕੀਤਾ ਹੋਇਆ ਸੀ, ਮੈਂ ਕਹਿੰਦਾ ਏਸ਼ੀਅਨ ਗੇਮਸ ਦੇ ਵੇਲੇ ਵੀ ਇਹ ਮਸਲੇ ਹੱਲ ਹੋ ਸਕਦਾ ਸੀ। ਪਰ ਉਹ ਵੀ ਭੱਜੇ, ਉਹਨਾਂ ਨੇ ਵੀ ਸਾਥ ਨਹੀਂ ਦਿੱਤਾ। ਇਹ ਸਾਰਾ ਕੁਝ ਜਿਹੜਾ ਕੁਝ ਦੋਸਤੋ ਕੀਤਾ ਗਿਆ, ਇਹਦੇ ਵਿੱਚ ਸਾਰੇ ਸਿਆਸੀ ਲੋਕ, ਨਿੱਜੀ ਮਫਾਦਾਂ ਵਾਲੇ ਨਿੱਜ ਛੱਡ ਕੇ ਜਿਹੜੇ ਲੋਕ ਚੰਗੀ ਸੋਚ ਰੱਖਦੇ ਉਹਨਾਂ ਦਾ ਸਾਥ ਦਿੰਦੇ ਰਹੋ। ਇੰਨੀਆਂ ਕੁ ਬੇਨਤੀਆਂ ਕਰਦਾ, ਅਖੀਰ 'ਚ ਬੇਨਤੀ ਕਰਦਾ, ਜੇ ਜਾਣਕਾਰੀ ਸਹੀ ਲੱਗੇ ਤੈਨੂੰ ਸ਼ੇਅਰ ਜ਼ਰੂਰ ਕਰ ਦਿਓ।